ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਸਵਾਗਤ ਹੈ ਤੁਹਾਡਾ ਡੇਲੀ ਕਰੰਟ ਅਫੇਅਰ ਸੀਰੀਜ਼ ਦੇ ਵਿੱਚ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 25 ਮਈ ਮਤਲਬ 25 ਮਈ ਦੇ ਕਰੰਟ ਅਫੇਅਰਸ ਦੇਖਾਂਗੇ। ਇਹ ਜੋ ਕਰੰਟ ਅਫੇਅਰਸ ਨੇ ਇਹਨਾਂ ਦਾ ਜੋ ਸੋਰਸ ਹੈ ਉਹ ਹੈ ਦਾ ਹਿੰਦੂ ਨਿਊਜ਼ਪੇਪਰ, ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ ਅਤੇ PIB। ਇਹ ਸਾਰੇ ਸੋਰਸਿਸ ਨੂੰ ਦੇਖ ਕੇ ਜੋ ਇੰਪੋਰਟੈਂਟ ਕਰੰਟ ਅਫੇਅਰਸ ਬਣਦੇ ਨੇ, ਖਾਸ ਕਰਕੇ UPSC ਦੇ ਲਈ, ਜਿਵੇਂ ਕਿ ਉਹਦਾ ਐਗਜ਼ਾਮ ਹੁੰਦਾ IAS ਹੋ ਗਿਆ, PPSC ਦੇ ਲਈ, PPSC ਜਿਵੇਂ PCS ਦਾ ਐਗਜ਼ਾਮ ਕੰਡਕਟ ਕਰਦੀ ਹੈ। ਹੁਣੇ ਇੱਕ ਨਾਇਬ ਤਹਿਸੀਲਦਾਰ ਦਾ ਪੇਪਰ ਹੋ ਕੇ ਹਟਿਆ ਆ, ਉਹ ਵੀ PPSC ਨੇ ਕੰਡਕਟ ਕੀਤਾ ਸੀਗਾ। ਇਸ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਆਉਣ ਵਾਲਾ ਹੈ, ਉਹ ਵੀ PPSC ਕੰਡਕਟ ਕਰੂਗੀ। ਅਤੇ ਜੋ ਐਗਜ਼ਾਮ ਨੇ ਜਿਵੇਂ CDS ਹੋ ਗਿਆ, CAPF ਹੋ ਗਿਆ, ਪੁਲਿਸ ਦੇ ਐਗਜ਼ਾਮ ਆਉਣਗੇ ਅਤੇ ਪੰਜਾਬ ਗੌਰਮੈਂਟ ਹੋਰ ਕਾਫੀ ਸਾਰੇ ਐਗਜ਼ਾਮ ਕੰਡਕਟ ਕਰਨ ਵਾਲੀ ਹੈ। ਉਹ ਸਾਰੇ ਦੇ ਸਾਰੇ ਐਗਜ਼ਾਮ ਜੋ ਉਹਨਾਂ ਦਾ ਲੈਵਲ ਕਾਫੀ ਵਧੀਆ ਰਹੂਗਾ। ਅਤੇ ਇਹ ਜੋ ਕਰੰਟ ਅਫੇਅਰ ਨੇ ਇਹ ਉਸ ਲੈਵਲ ਦੇ ਨੇ। ਸਾਰੇ ਜੋ ਸੋਰਸਿਸ ਨੇ ਸਾਡੇ ਕਰੰਟ ਅਫੇਅਰ ਦੇ ਜੋ ਮੇਨ ਉਹਨਾਂ ਸਭ ਨੂੰ ਕਵਰ ਕਰ ਰਿਹਾ ਹੈ। ਹੁਣ ਤੁਹਾਨੂੰ ਅਲੱਗ-ਅਲੱਗ ਇੰਨੇ ਸੋਰਸਿਸ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਸ ਸੀਰੀਜ਼ ਨੂੰ ਫੋਲੋ ਕਰੋ। ਪਲੱਸ ਇਹਦੇ ਨਾਲ ਇੱਕ ਹੋਰ ਵੀਡੀਓ ਆਇਆ ਕਰੂਗੀ ਵੀਕਲੀ, ਠੀਕ ਹੈ ਜੀ। ਉਹਦੇ ਵਿੱਚ ਇੱਕ 1 ਲਾਈਨਰ ਕੁਐਸਚਨ ਹੋਇਆ ਕਰਨਗੇ। ਕਲੀਅਰ ਆ? ਮੀਨਸ ਕਰੰਟ ਅਫੇਅਰ ਦੀਆਂ 2 ਸੀਰੀਜ਼ ਚੱਲਣਗੀਆਂ, ਇੱਕ ਹੋਊਗੀ 1 ਲਾਈਨਰ ਵਾਲੀ ਅਤੇ ਇੱਕ ਪੈਰਲਲ ਚੱਲੂਗੀ। ਅਸੀਂ ਕਰੰਟ ਅਫੇਅਰ 'ਤੇ ਇੰਨਾ ਫੋਕਸ ਇਸ ਲਈ ਕਰ ਰਹੇ ਹਾਂ ਕਿਉਂਕਿ ਜਿਵੇਂ ਕਿ ਤੁਸੀਂ ਪੈਟਰਨ ਦੇਖ ਰਹੇ ਹੋ ਐਗਜ਼ਾਮ ਦਾ ਜੋ ਆ ਰਿਹਾ ਹੈ, PPSC ਜਾਂ UPSC ਕਾਫੀ ਜ਼ਿਆਦਾ ਕਰੰਟ ਅਫੇਅਰ ਤੋਂ ਪੁੱਛ ਰਿਹਾ ਆ, ਠੀਕ ਹੈ ਜੀ। ਇਸ ਵੀਡੀਓ ਦੀ ਸੀਰੀਜ਼ ਦੀ ਖਾਸ ਗੱਲ ਕੀ ਹੋਊਗੀ, ਇਹ ਪੰਜਾਬੀ ਲੈਂਗੁਏਜ ਵਿੱਚ ਹੋਊਗੀ, ਲੇਕਿਨ ਜੋ ਇਹਦਾ ਮਟੀਰੀਅਲ ਹੋਊਗਾ ਉਹ ਇੰਗਲਿਸ਼ ਵਿੱਚ ਹੋਊਗਾ, ਅਸੀਂ ਬੋਲਾਂਗੇ ਪੰਜਾਬੀ ਵਿੱਚ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਜੋ ਸਟੂਡੈਂਟ ਮੇਰੇ ਚੈਨਲ 'ਤੇ ਨਵੇਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਜੋ ਵੀ ਮੈਂ ਕੁਐਸਚਨ ਪੁੱਟ ਕਰੂੰਗਾ ਉਹਨਾਂ ਦੇ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਕਰਿਆ ਕਰੋ। ਇਸ ਤੋਂ ਪਹਿਲਾਂ ਕਾਫੀ ਸਟੂਡੈਂਟਸ ਆਨਸਰ ਕਰ ਰਹੇ ਨੇ, ਬਹੁਤ ਵਧੀਆ ਗੱਲ ਹੈ। ਹੁਣ ਵੀ ਜੋ ਨਵੇਂ ਸਟੂਡੈਂਟ ਐਡ ਹੋ ਰਹੇ ਨੇ ਉਹ ਵੀ ਆਨਸਰ ਕਰਦੇ ਰਹੋ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਆਪਾਂ ਵੀਡੀਓ 'ਚ ਅੱਗੇ ਜਾਣ ਤੋਂ ਪਹਿਲਾਂ ਅੱਜ ਦੇ ਟੌਪਿਕ ਦੇਖ ਲੈਂਦੇ ਹਾਂ ਵੀ ਆਪਾਂ ਕਿਹੜੇ ਟੌਪਿਕ ਕਵਰ ਕਰਾਂਗੇ। ਇੱਕ ਮੋਜ਼ਾਮਬੀਕ ਕੰਟਰੀ ਆ, ਉਹ ਨਿਊਜ਼ ਦੇ ਵਿੱਚ ਆਪਾਂ ਦੇਖਾਂਗੇ, ਕਿਉਂ ਨਿਊਜ਼ ਦੇ ਵਿੱਚ ਆ। ਰਾਮਬਨ ਟਨਲ, ਇਹ ਵੀ ਨਿਊਜ਼ 'ਚ ਆ, ਕਿਉਂ ਦੇਖਦੇ ਹਾਂ ਆਪਾਂ। GM ਕ੍ਰੌਪਸ ਰਿਸਰਚ, ਇਹਦੇ ਰਿਲੇਟਡ ਨਿਊਜ਼ ਆਈ ਆ। ਇੱਕ ਇੰਟਰਨੈਸ਼ਨਲ ਟੀ ਡੇ ਆ, ਇੰਟਰਨੈਸ਼ਨਲ ਟੀ ਡੇ, ਉਹਦੇ ਬਾਰੇ ਆਪਾਂ ਟੀ ਦੀ ਪ੍ਰੋਪਰ ਡਿਟੇਲਿੰਗ ਦੇਖਾਂਗੇ। ਉਹਦੇ ਨਾਲ ਸਾਡੇ ਕੋਲ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ, ਇੱਕ ਇਹ ਜਿਹੜਾ ਟੌਪਿਕ ਸਾਡਾ ਨਿਊਜ਼ 'ਚ ਹੈ। ਐਂਡ ਉਸ ਤੋਂ ਬਾਅਦ ਹੈ ਇੰਦਰਾ ਗਾਂਧੀ ਸ਼ਹਿਰੀ ਰੋਜ਼ਗਾਰ ਗਰੰਟੀ ਯੋਜਨਾ। ਇਹ ਕੁਛ ਇੰਪੋਰਟੈਂਟ ਜਿਹੜੀਆਂ ਅੱਜ ਦੀਆਂ ਨਿਊਜ਼ ਨੇ ਜਿਹਨੂੰ ਅਸੀਂ ਡਿਸਕਸ ਕਰਾਂਗੇ। ਅਤੇ ਮੈਂ ਜਿਵੇਂ ਹੁਣੇ ਦੱਸ ਕੇ ਹਟਿਆ ਕਿ ਜੋ 1 ਲਾਈਨਰ ਨੇ ਉਹਦੀ ਇੱਕ ਅਲੱਗ ਵੀਡੀਓ ਆਇਆ ਕਰੂਗੀ, ਠੀਕ ਹੈ। ਤੁਸੀਂ ਇਹਨੂੰ ਵੀ ਦੇਖਣਾ ਪਲੱਸ ਉਹਨੂੰ ਵੀ ਦੇਖਣਾ। ਚਲੋ ਜੀ, ਬਾਕੀ ਤੁਹਾਨੂੰ ਪਤਾ ਹੀ ਹੈ, ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਆ ਤਾਂ ਉਹਦਾ ਇੱਕੋ ਹੀ ਟਿਕਾਣਾ ਹੈ ਟੈਲੀਗ੍ਰਾਮ। ਤੁਸੀਂ ਟੈਲੀਗ੍ਰਾਮ ਦੇ ਚੈਨਲ 'ਤੇ ਜਾਓ ਜਿਹਦਾ ਨਾਮ ਹੈਗਾ ਫਤਿਹ ਸਰ, ਅਤੇ ਉਸ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਤੁਹਾਨੂੰ ਉਹ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਊਗਾ। ਉੱਥੇ ਇਹ ਵੀਡੀਓ ਅਤੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਵੀਡੀਓ ਮੈਂ ਰਿਕਾਰਡ ਕੀਤੀਆਂ ਉਹਨਾਂ ਦੀ PDF ਤੁਹਾਨੂੰ ਮਿਲ ਜੂਗੀ ਜੀ। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦੀ ਸਾਡੀ ਜਿਹੜੀ ਫਰਸਟ ਨਿਊਜ਼ ਆ ਮੋਜ਼ਾਮਬੀਕ ਦੇ ਨਾਲ ਰਿਲੇਟਡ ਆ। ਮੋਜ਼ਾਮਬੀਕ ਇੱਕ ਕੰਟਰੀ ਆ, ਕਿਉਂ ਨਿਊਜ਼ ਦੇ ਵਿੱਚ ਆ ਕਿਉਂਕਿ ਮੋਜ਼ਾਮਬੀਕ ਦੇ ਵਿੱਚ ਫਰਸਟ ਕੇਸ ਆਇਆ ਆ ਵਾਈਲਡ ਪੋਲੀਓ ਵਾਇਰਸ ਦਾ, ਠੀਕ ਆ। ਜੋ ਪੋਲੀਓ, ਜਿਹਨੂੰ ਤੁਸੀਂ ਨੋਰਮਲੀ ਪੋਲੀਓ ਆਪਾਂ ਸੁਣਿਆ ਆ, ਜੇ ਕਿਸੇ ਨੂੰ ਹੁਣ ਤਾਂ ਬਹੁਤ ਘੱਟ ਆਪਣੀ ਕੰਟਰੀ ਵਿੱਚ ਇਹ ਪ੍ਰੋਬਲਮ ਆ, ਕਿਤੇ ਆ ਜੋ ਪੁਰਾਣੇ ਬੱਚੇ ਹੋਣਗੇ ਉਹਨਾਂ ਨੂੰ ਆ, ਨਵੀਂ ਜਨਰੇਸ਼ਨ ਨੂੰ ਇਹ ਪ੍ਰੋਬਲਮ ਨਹੀਂ ਹੈਗੀ। ਉਹਨਾਂ ਦੇ ਨਾਲ ਕੀ ਹੁੰਦਾ ਕਿ ਬੱਚਿਆਂ ਦੇ ਕਿਸੇ ਨਾ ਕਿਸੇ ਦੇ ਕੋਈ ਅੰਗ ਜਾਂ ਪੈਰਾਲਾਈਜ਼ ਹੋ ਜਾਂਦਾ ਆ, ਇਹ ਉਹ ਬਿਮਾਰੀ ਆ, ਠੀਕ ਆ। ਨਿਊਜ਼ ਵਿੱਚ ਇਸ ਕਰਕੇ ਆ ਕਿ ਮੋਜ਼ਾਮਬੀਕ ਦੇ ਵਿੱਚ ਇੱਕ ਕੇਸ ਮਿਲਿਆ ਆ ਕਾਫੀ ਸਾਲਾਂ ਤੋਂ ਬਾਅਦ, 1992 ਤੋਂ ਬਾਅਦ, ਠੀਕ ਆ। ਇਦੋਂ ਪਹਿਲਾਂ 1992 'ਚ ਕੇਸ ਮਿਲਿਆ ਸੀਗਾ, ਉਸ ਤੋਂ ਬਾਅਦ ਇੱਕ ਹੋਰ ਕੇਸ ਮਿਲਿਆ ਆ ਮੋਜ਼ਾਮਬੀਕ ਦੇ ਵਿੱਚ। ਕਾਫੀ ਖਤਰੇ ਵਾਲੀ ਗੱਲ ਹੈ ਕਿਉਂਕਿ ਜਿਹੜਾ ਵਾਇਰਸ ਕਾਫੀ ਖਤਰਨਾਕ ਹੁੰਦਾ ਆ। ਹੁਣ ਆਪਾਂ ਦੇਖਦੇ ਹਾਂ ਮੋਜ਼ਾਮਬੀਕ ਕੰਟਰੀ ਕਿੱਥੇ ਆ ਜੀ। ਮੋਜ਼ਾਮਬੀਕ ਮਿਲਦੀ ਸਾਨੂੰ ਅਫਰੀਕਾ ਕੰਟੀਨੈਂਟ ਦੇ ਵਿੱਚ, ਠੀਕ ਆ। ਸਭ ਤੋਂ ਪਹਿਲਾਂ ਸਾਨੂੰ ਕੰਟੀਨੈਂਟ ਪਤਾ ਹੋਵੇ। ਹੁਣ ਇਹ ਰਹੀ ਮੋਜ਼ਾਮਬੀਕ, ਇਹਦੇ ਏਰੀਏ ਦੇ ਨਾਲ ਜਿਹੜੀਆਂ ਇੱਕ ਮਡਾਗਾਸਕਰ ਦੇਖੋ, ਇਹ ਆ ਸਾਡੇ ਕੋਲੇ। ਹੋਰ ਇਹਦੇ ਨਾਲ ਕਿਹੜੀਆਂ ਕੰਟਰੀਜ਼ ਲੱਗਦੀਆਂ, ਸਾਊਥ ਅਫਰੀਕਾ ਹੋ ਗਿਆ, ਉਹ ਵੀ ਬਾਰਡਰ ਸ਼ੇਅਰ ਕਰਦੀ ਆ। ਬੋਸਮਾਨਾ ਹੋ ਗਿਆ, ਜ਼ਿੰਬਾਬਵੇ ਹੋ ਗਿਆ, ਜ਼ਾਂਬੀਆ ਹੋ ਗਿਆ, ਤੰਜ਼ਾਨੀਆ ਹੋ ਗਿਆ, ਕੁਛ ਕੰਟਰੀਜ਼ ਨੇ ਜੋ ਇਹਦੇ ਨਾਲ ਬਾਰਡਰ ਸ਼ੇਅਰ ਕਰਦੀਆਂ, ਠੀਕ ਹੈ। ਇਹ ਰਿਹਾ ਸਾਡੇ ਕੋਲ ਇੰਡੀਅਨ ਓਸ਼ਨ, ਤੁਸੀਂ ਮੈਪ ਜ਼ਰੂਰ ਦੇਖਣਾ ਨਾਲ ਦੀ ਨਾਲ। ਥੱਲੇ ਰਿਹਾ ਐਟਲਾਂਟਿਕ ਓਸ਼ਨ, ਇਹ ਵਾਲਾ ਸਾਡੇ ਕੋਲ ਹੈਗਾ ਇਸ ਸਾਈਡ 'ਤੇ। ਅਤੇ ਇੱਕ ਮੈਂ ਤੁਹਾਨੂੰ ਕੁਐਸਚਨ ਇੱਥੇ ਪੁੱਟ ਕਰੂੰਗਾ, ਇੱਕ ਨਾ ਲਾਈਨ ਕ੍ਰੋਸ ਕਰਦੀ ਆ ਜੀ ਇੱਥੋਂ ਦੀ, ਠੀਕ ਆ। ਇੱਕ ਲਾਈਨ ਆ ਜਿਹੜੀ ਕਿ ਇੱਥੋਂ ਦੀ ਲੰਘਦੀ ਆ, ਤੁਸੀਂ ਮੈਨੂੰ ਉਸ ਲਾਈਨ ਦਾ ਨਾਮ ਦੱਸਣਾ ਆ, ਠੀਕ ਆ, ਨੇਮ ਆਫ ਦੈਟ ਲਾਈਨ। ਮੈਂ ਉਹਦਾ ਤੁਹਾਨੂੰ ਡਿਗਰੀ ਦੱਸ ਦਿੰਦਾ, ਉਹ ਹੈਗੀ ਸਾਡੇ ਕੋਲ 23.5 ਡਿਗਰੀ ਸਾਊਥ ਤੋਂ ਪਾਸ ਕਰਦੀ ਆ। ਇੱਕ ਤਾਂ ਉਸ ਲਾਈਨ ਦਾ ਨਾਮ ਦੱਸਣਾ ਆ, ਪਲੱਸ ਕੰਟਰੀਜ਼ ਵੀ ਦੱਸਣੀਆਂ ਆ ਜਿਨ੍ਹਾਂ ਵਿੱਚ ਦੀ ਉਹ ਲਾਈਨ ਕ੍ਰੋਸ ਕਰਦੀ ਆ। ਇੱਕ ਤਾਂ ਮੈਂ ਚਲੋ ਦੱਸਤਾ ਮੋਜ਼ਾਮਬੀਕ ਆ, ਠੀਕ ਆ, ਤਾਂ ਇਹ ਨਿਊਜ਼ 'ਚ ਸੀਗੀ ਕੰਟਰੀ, ਤਾਂ ਕਰਕੇ ਮੈਂ ਉਹ ਲਾਈਨ ਪੁੱਛੀ ਆ।
ਹੋਰ ਜਿੰਨੀਆਂ ਕੰਟਰੀਜ਼ ਨੇ ਉਹ ਤੁਸੀਂ ਮੈਨੂੰ ਦੱਸਣੀਆਂ ਆ ਕਮੈਂਟ ਬਾਕਸ ਦੇ ਵਿੱਚ। ਚਲੋ ਜੀ ਅੱਗੇ ਚੱਲਦੇ ਹਾਂ। ਹੁਣ ਆਪਾਂ ਥੋੜ੍ਹਾ ਜਿਹਾ ਪੋਲੀਓ ਬਾਰੇ ਦੇਖ ਲੈਂਦੇ ਹਾਂ। ਪੋਲੀਓ ਇੱਕ ਬੜੀ ਹੀ ਖਤਰਨਾਕ ਬਿਮਾਰੀ ਹੈ, ਡੈਡਲੀ ਡਿਜ਼ੀਜ਼ ਹੈ, ਠੀਕ ਹੈ। ਇਹ ਜਿਹੜੀ ਟਰਾਂਸਮਿਟ ਹੁੰਦੀ ਹੈ ਪਰਸਨ ਟੂ ਪਰਸਨ ਹੋ ਜਾਂਦੀ ਹੈ, ਜਿਵੇਂ ਕਿ ਫੇਸ਼ੀਅਲ ਜਾਂ ਓਰਲ ਰੂਟ ਦੇ ਥਰੂ, ਜੋ ਮਲ ਤਿਆਗ ਹੁੰਦਾ ਹੈ ਉਹਦੇ ਥਰੂ, ਅਤੇ ਓਰਲ ਦੇ ਮੀਨਸ ਕਿਸੇ ਨੇ ਬੱਚੇ ਨੇ ਥੁੱਕ ਦਿੱਤਾ ਮੂੰਹ ਦੇ ਵਿੱਚ, ਉੱਥੋਂ ਦੀ ਵੀ ਪਾਸ ਕਰ ਜਾਂਦੀ ਆ। ਈਵਨ ਇਹ ਜਿਹੜੀ ਆ ਇਹ ਕੰਟੈਮੀਨੇਟਡ ਵਾਟਰ ਅਤੇ ਫੂਡ ਦੇ ਥਰੂ ਵੀ ਟਰੈਵਲ ਕਰਦੇ। ਇਹਦੇ ਜਿਹੜੇ ਵਾਇਰਸ ਹੁੰਦੇ ਆ ਪੋਲੀਓ ਦੇ, ਬਹੁਤ ਹੀ ਖਤਰਨਾਕ ਬਿਮਾਰੀ ਆ, ਠੀਕ ਆ। ਇਹਦੀ ਜੇ ਵੈਕਸੀਨੇਸ਼ਨ ਦੀ ਗੱਲ ਕਰੀਏ, ਇਹਦਾ ਕੋਈ ਇਲਾਜ ਨਹੀਂ ਹੈਗਾ, ਇਹਨੂੰ ਅਸੀਂ ਕਿਉਰ ਨਹੀਂ ਕਰ ਸਕਦੇ, ਪ੍ਰੀਵੈਂਟ ਕਰ ਸਕਦੇ ਹਾਂ ਵੀ ਹੋਵੇ ਹੀ ਨਾ ਬਿਮਾਰੀ। ਉਹਦੇ ਲਈ ਵੈਕਸੀਨੇਸ਼ਨ ਦੀ ਜ਼ਰੂਰਤ ਪੈਂਦੀ ਹੈ, ਅਤੇ ਵੈਕਸੀਨੇਸ਼ਨ ਦੋ ਤਰ੍ਹਾਂ ਦੀ ਆ ਸਾਡੇ ਕੋਲ। ਇੱਕ ਹੈਗੀ ਇੰਜੈਕਟੇਬਲ ਵੈਕਸੀਨੇਸ਼ਨ, ਦੂਜੀ ਹੈਗੀ ਆ ਓਰਲ ਵੈਕਸੀਨੇਸ਼ਨ। ਓਰਲ ਤੁਸੀਂ ਵੀ ਦੇਖਿਆ ਹੋਊਗਾ, ਪਿੰਡਾਂ ਵਿੱਚੋਂ ਬੱਚਿਆਂ ਨੂੰ 2 ਬੂੰਦਾਂ ਪਿਲਾਉਣ ਆਉਂਦੇ ਆ, ਉਹ ਵਾਲੀ ਇਹ ਵੈਕਸੀਨੇਸ਼ਨ ਆ ਜੀ, ਠੀਕ ਹੈ। ਇਹਨੂੰ ਕਹਿੰਦੇ ਆ OPV ਵੈਕਸੀਨੇਸ਼ਨ। ਇਹ ਦਿੱਤੀ ਜਾਂਦੀ ਆ ਓਰਲੀ, ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਇਹਨੂੰ ਫਸਟ ਡੋਜ਼ ਦਿੱਤੀ ਜਾਂਦੀ ਹੈ। ਉਦੋਂ 3 ਡੋਜ਼ਸ ਦਿੱਤੀਆਂ ਜਾਂਦੀਆਂ, 6ਵੇਂ ਦਿਨ, 10ਵੇਂ ਦਿਨ ਅਤੇ ਦਿਨੀ ਵੀਕ, 6ਵੇਂ ਵੀਕ, 10ਵੇਂ ਵੀਕ ਅਤੇ 14ਵੇਂ ਵੀਕ। ਉਦੋਂ ਬਾਅਦ ਇੱਕ ਬੂਸਟਰ ਡੋਜ਼ ਦਿੱਤੀ ਜਾਂਦੀ ਹੈ 16 ਤੋਂ 26 ਮਹੀਨਿਆਂ ਦੇ ਵਿੱਚ, ਠੀਕ ਹੈ। ਫਿਰ ਇਸ ਤੋਂ ਬਾਅਦ ਇੱਕ ਸਾਡੇ ਕੋਲ ਜਿਹੜੀ ਦੂਜੀ ਟਾਈਪ ਹੈਗੀ ਆ ਇੰਜੈਕਟੇਬਲ ਪੋਲੀਓ ਵੈਕਸੀਨ। ਉਹ ਸਾਡੇ ਇੰਡੀਆ 'ਚ ਬਹੁਤ ਘੱਟ ਯੂਜ਼ ਹੁੰਦੀ ਆ, ਬਾਕੀ ਕੰਟਰੀਜ਼ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ ਆ। ਇਹ ਇੰਟਰੋਡਿਊਸ ਕੀਤੀ ਗਈ ਸੀ ਐਜ਼ ਅ ਐਡੀਸ਼ਨਲ ਡੋਜ਼। ਕਿਹਦੇ ਨਾਲ? ਜਿਵੇਂ ਕਿ ਓਰਲ ਡੋਜ਼ ਆ ਉਹਦੇ ਨਾਲ ਇਹਨੂੰ ਵੀ ਦਿੱਤਾ ਜਾਂਦਾ ਜੀ, ਠੀਕ ਆ। ਇਹ ਜਿਹੜਾ ਪ੍ਰੋਗਰਾਮ ਆ ਸਾਡੇ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ, UPI ਪ੍ਰੋਗਰਾਮ ਆ, 1985 'ਚ ਇੰਡੀਅਨ ਗੌਰਮੈਂਟ ਨੇ ਸਟਾਰਟ ਕੀਤਾ ਸੀਗਾ। ਉਹਦੇ ਅੰਡਰ ਅਸੀਂ ਵੈਕਸੀਨੇਸ਼ਨ ਇਹ ਦਿੰਦੇ ਹਾਂ। ਚਲੋ ਅੱਗੇ ਚੱਲਦੇ ਹਾਂ। ਹੁਣ ਆਪਾਂ ਦੇਖਦੇ ਹਾਂ ਪੋਲੀਓ ਫ੍ਰੀ ਕਿਹੜੀਆਂ ਕੰਟਰੀਜ਼ ਨੇ, ਜਾਂ ਇੰਡੀਆ ਦਾ ਕੀ ਸਟੇਟਸ ਆ ਇਹਦੇ ਰਿਲੇਟਡ। ਨਾਈਜੀਰੀਆ ਜਿਹੜੀ ਇੱਕ ਉਹ ਕੰਟਰੀ ਆ ਜਿਹੜੀ ਲੇਟੈਸਟ ਹੁਣੇ ਜਿਹਨੇ ਕਿ ਪੋਲੀਓ ਤੋਂ ਮੁਕਤੀ ਪਾਈ ਆ 2016 ਦੇ ਵਿੱਚ, ਠੀਕ ਆ। ਰਿਪੋਰਟ ਆਈ ਆ ਕਿ ਉੱਥੇ ਸਟਾਪ ਹੋ ਗਿਆ ਐਂਡੈਮਿਕ ਟਰਾਂਸਮਿਸ਼ਨ ਆਫ ਪੋਲੀਓ, ਮਤਲਬ ਉੱਥੇ ਪੋਲੀਓ ਦੀ ਜਿਹੜੀ ਟਰਾਂਸਮਿਸ਼ਨ ਆ ਉਹ ਰੁਕ ਚੁੱਕੀ ਆ। ਕਲੀਅਰ ਆ ਜੀ। ਹੁਣ ਦੇਖਿਆ ਜਾਵੇ ਤਾਂ ਲਗਭਗ ਜਿੰਨੀਆਂ ਵੀ ਅਫਰੀਕਾ ਦੀਆਂ ਕੰਟਰੀਜ਼ ਨੇ ਜਾਂ ਬਾਕੀ ਹੋਰ ਵੀ ਕੰਟਰੀਜ਼ ਨੇ, ਸਾਰੇ ਕਿਤੇ ਪੋਲੀਓ ਦਾ ਖਾਤਮਾ ਹੋ ਚੁੱਕਾ ਆ। ਲੇਕਿਨ ਏਸ਼ੀਆ ਦੀਆਂ 2 ਇੱਦਾਂ ਦੀਆਂ ਕੰਟਰੀਜ਼ ਨੇ, ਕਿਹੜੀਆਂ? ਅਫਗਾਨਿਸਤਾਨ ਅਤੇ ਪਾਕਿਸਤਾਨ। ਅਕੋਰਡਿੰਗ ਟੂ 2020 ਦੀ ਗੱਲ ਹੈ, 2020 ਦੀ ਸਾਡੇ ਕੋਲ ਡਾਟਾ ਆਇਆ ਸੀਗਾ ਕਿ ਇਹ 2 ਕੰਟਰੀਜ਼ ਨੇ ਜਿੱਥੇ ਹਜੇ ਵੀ ਪੋਲੀਓ ਕਾਫੀ ਇੱਕ ਘਾਤਕ ਬਿਮਾਰੀ ਦੇ ਤੌਰ 'ਤੇ ਹੈਗੀ ਆ। ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਨੇ 2014 ਵਿੱਚ ਪੋਲੀਓ ਫ੍ਰੀ ਆਪਣੇ ਆਪ ਨੂੰ ਡਿਕਲੇਅਰ ਕਰ ਦਿੱਤਾ ਸੀਗਾ, ਠੀਕ ਆ। 3 ਤਰ੍ਹਾਂ ਦਾ ਹੁੰਦਾ ਵੈਸੇ ਜਿਹੜਾ ਪੋਲੀਓ ਹੁੰਦਾ, 3 ਤਰ੍ਹਾਂ ਦੇ ਸਾਡੇ ਕੋਲ 0 ਕੇਸ ਆ ਰਹੇ ਸੀਗੇ, ਤਾਂ ਕਰਕੇ ਅਸੀਂ ਆਪਦੇ ਆਪ ਨੂੰ ਪੋਲੀਓ ਫ੍ਰੀ ਅਨਾਊਂਸ ਕਰਤਾ। ਹੁਣ ਇੱਥੇ ਯਾਦ ਰੱਖਣਾ ਲੇਟੈਸਟ ਕੰਟਰੀ ਕਿਹੜੀ ਆ। ਵਰਲਡ ਵਿੱਚ ਸਾਰੀਆਂ ਕੰਟਰੀਆਂ ਖਤਮ ਹੋ ਚੁੱਕੀਆਂ ਨੇ, ਲੇਕਿਨ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿੱਚੋਂ ਹਜੇ ਇਹਨੂੰ ਖਤਮ ਨਹੀਂ ਕੀਤਾ ਗਿਆ, ਅਤੇ ਇੰਡੀਆ ਨੇ 2014 ਵਿੱਚ ਇਹਨੂੰ ਖਤਮ ਕਰ ਦਿੱਤਾ। ਇਹ ਚੀਜ਼ਾਂ ਦਾ ਧਿਆਨ ਰੱਖਿਓ ਜੀ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਸਾਡੇ ਕੋਲ ਰਾਮਬਨ ਟਨਲ। ਜਿਹੜੀ ਰਾਮਬਨ ਟਨਲ ਆ ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਇੱਕ ਕਮੇਟੀ ਬਣਾਈ ਆ ਸੈਂਟਰ ਗੌਰਮੈਂਟ ਨੇ, ਉਹ ਇਹ ਇਨਵੈਸਟੀਗੇਟ ਕਰੂਗੀ ਕਿ ਜਦੋਂ ਨਾ ਇਹ ਟਨਲ ਬਣ ਰਹੀ ਸੀਗੀ ਜੰਮੂ ਕਸ਼ਮੀਰ, ਜਿਹੜਾ ਆਪਣਾ ਜੰਮੂ ਸ਼੍ਰੀਨਗਰ ਹਾਈਵੇ 'ਤੇ ਬਣ ਰਹੀ ਆ, ਉਹ ਅੰਡਰ ਕੰਸਟਰਕਸ਼ਨ ਹੀ ਸੀਗੀ, ਅਤੇ ਉਹ ਟਨਲ ਬਣਦੀ ਟੁੱਟ ਗਈ, ਕੋਲੈਪਸ ਹੋ ਗਈ ਬਣਦੀ ਮੀਨਸ ਬਣਦੇ ਹੀ ਕੋਈ ਦਿੱਕਤ ਆਈ ਅਤੇ ਇਹ ਪਹਿਲਾਂ ਹੀ ਟੁੱਟ ਗਈ। ਉਸ ਚੀਜ਼ ਨੂੰ ਚੈੱਕ ਕਰਨ ਦੇ ਲਈ ਹੀ ਇੱਕ ਕਮੇਟੀ ਬਣੀ ਆ, ਅਤੇ ਉਹ ਕਮੇਟੀ ਦੇਖੂਗੀ ਕਿ ਕਿਹਦੀ ਗਲਤੀ ਹੈ ਇੱਥੇ, ਠੀਕ ਆ। ਦੇਖੋ ਜੀ ਆਹ ਹਾਲ ਹੋ ਗਿਆ, ਟਨਲ ਬਣਦੇ ਹੀ ਟਨਲ 'ਚ ਕੋਲੈਪਸ ਹੋ ਗਿਆ, ਬ੍ਰੇਕਡਾਊਨ ਹੋ ਗਿਆ। ਜੇ ਆਪਾਂ ਰੰਬਨ ਦੀ ਗੱਲ ਕਰੀਏ ਤਾਂ ਰੰਬਨ ਸਾਨੂੰ ਆ ਮਿਲ ਰਿਹਾ, ਦੇਖੋ ਪੋਜੀਸ਼ਨ ਦੀ ਆ, ਸ਼੍ਰੀਨਗਰ ਹੋ ਗਿਆ, ਜੰਮੂ ਸ਼੍ਰੀਨਗਰ ਹਾਈਵੇ 'ਤੇ ਆ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਜੇ ਆਪਾਂ ਇੱਕ ਜਿਹੜੀ ਰੰਬਨ ਇੱਕ ਟਾਊਨ ਆ ਜੋ ਕਿ ਰੰਬਨ ਡਿਸਟ੍ਰਿਕਟ 'ਚ ਪੈਂਦਾ ਹੈ ਆਪਣੇ ਕੋਲੇ, ਅਤੇ ਇੰਪੋਰਟੈਂਟ ਗੱਲ ਕੀ ਹੈ, ਚਨਾਬ ਰਿਵਰ ਦੇ ਉੱਤੇ ਆ। ਪੁੱਛ ਲੈਂਦੇ ਹੁੰਦੇ ਕਿ ਕਿਹੜੀ ਰਿਵਰ 'ਤੇ ਆ ਜੀ, ਚਨਾਬ ਰਿਵਰ 'ਤੇ ਆ। ਅਤੇ ਨੈਸ਼ਨਲ ਹਾਈਵੇ ਜਿਹੜਾ 1A, ਜਿਹਨੂੰ ਅਸੀਂ ਹੁਣ NH44 ਵੀ ਕਹਿੰਦੇ ਆ, ਉਸ ਹਾਈਵੇ 'ਤੇ ਇਹ ਟਨਲ ਬਣ ਰਹੀ ਸੀਗੀ। ਲਗਭਗ ਜੇ ਆਪਾਂ ਇਹ ਟਨਲ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਾਨੂੰ ਇਹ ਸੈਂਟਰ ਪੁਆਇੰਟ ਮਿਲਦਾ ਜੰਮੂ ਐਂਡ ਕਸ਼ਮੀਰ ਨੈਸ਼ਨਲ ਹਾਈਵੇ 'ਤੇ, ਜੋ ਜੰਮੂ ਕਸ਼ਮੀਰ ਦਾ ਨੈਸ਼ਨਲ ਹਾਈਵੇ ਉਹਦੇ ਸੈਂਟਰ 'ਤੇ ਆ ਬਿਲਕੁਲ, ਠੀਕ ਆ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ ਕਿ ਜਿਹੜੀ ਚਨਾਬ ਰਿਵਰ ਆ ਉਹ ਕਿੱਥੋਂ ਓਰੀਜੀਨੇਟ ਹੁੰਦੀ ਆ ਜੀ, ਠੀਕ ਹੈ ਜੀ। ਚਨਾਬ ਰਿਵਰ ਕਿੱਥੋਂ ਓਰੀਜੀਨੇਟ ਹੁੰਦੀ ਆ, ਇਹਦਾ ਤੁਸੀਂ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਆਪਣੇ ਕੋਲ GM ਕ੍ਰੌਪਸ ਦੇ ਰਿਲੇਟਡ, ਜੈਨੇਟਿਕਲੀ ਮੋਡੀਫਾਈਡ ਕ੍ਰੌਪ। ਨਿਊਜ਼ 'ਚ ਕਿਸ ਕਰਕੇ ਆ? ਕਿਉਂਕਿ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ, ਠੀਕ ਆ, ਉਹਨੇ ਕੁਛ ਗਾਈਡਲਾਈਨਸ ਹੁੰਦੀਆਂ ਸੀਗੀਆਂ ਜਦੋਂ ਤੁਸੀਂ GM ਕ੍ਰੌਪ 'ਤੇ ਰਿਸਰਚ ਕਰਦੇ ਹੋ, ਉਹਨਾਂ ਗਾਈਡਲਾਈਨਸ ਨੂੰ ਥੋੜ੍ਹਾ ਜਿਹਾ ਈਜ਼ੀ ਕਰ ਦਿੱਤਾ ਕਿ ਜ਼ਿਆਦਾ ਤੋਂ ਜ਼ਿਆਦਾ 'ਤੇ ਰਿਸਰਚ ਹੋ ਸਕੇ, ਠੀਕ ਹੈ। ਹੁਣ ਗਾਈਡਲਾਈਨ ਕੀ ਆ? ਇਟ ਐਗਜ਼ੈਂਪਟ ਰਿਸਰਚਰ, ਜਿਹੜੇ ਰਿਸਰਚਰ ਹੁੰਦੇ ਆ ਜੋ ਕਿ ਯੂਜ਼ ਕਰਦੇ ਆ ਜੀਨ ਐਡੀਟਿੰਗ ਟੈਕਨੋਲੋਜੀ, ਠੀਕ ਆ। ਇੱਕ ਟੈਕਨੋਲੋਜੀ ਆ ਜਿਹਨੂੰ ਯੂਜ਼ ਕਰਕੇ ਅਸੀਂ GM ਕ੍ਰੌਪ ਤਿਆਰ ਕਰਦੇ ਹਾਂ। ਉਹ ਟੈਕਨੋਲੋਜੀ ਦਾ ਯੂਜ਼ ਕਰਨ ਦੇ ਲਈ ਖਾਸ ਕਰ ਰਿਸਰਚਰ ਦੇ ਲਈ ਆ, ਪਹਿਲਾਂ ਇਹਦੀ ਅਪਰੂਵਲ ਲੈਣੀ ਪੈਂਦੀ ਸੀਗੀ GECA ਤੋਂ, ਠੀਕ ਹੈ, GEAC, ਜਿਹਦੀ ਫੁੱਲ ਫਾਰਮ ਹੈਗੀ ਜੈਨੇਟਿਕ ਇੰਜੀਨੀਅਰਿੰਗ ਅਪਰੇਜ਼ਲ ਕਮੇਟੀ। ਮਤਲਬ ਜਦੋਂ ਤੁਸੀਂ ਕਿਸੇ ਫੋਰ ਐਗਜ਼ਾਮਪਲ ਇੱਕ ਪਰਸਨ ਆ, ਇਹ ਰਿਸਰਚ ਕਰਨਾ ਚਾਹੁੰਦਾ, ਇਹਨੂੰ ਰਿਸਰਚ ਤੋਂ ਪਹਿਲਾਂ ਵੀ ਇਸ ਕਮੇਟੀ ਦੀ ਅਪਰੂਵਲ ਲੈਣੀ ਪੈਂਦੀ ਸੀਗੀ।
ਨਵੀਂ ਗਾਈਡਲਾਈਨਸ ਦੇ ਅਕੋਰਡਿੰਗ ਇਹ ਅਪਰੂਵਲ ਹੁਣ ਨਹੀਂ ਲੈਣੀ ਪਊਗੀ, ਠੀਕ ਆ। ਤੁਸੀਂ ਰਿਸਰਚ ਬਿਨਾਂ ਅਪਰੂਵਲ ਤੋਂ ਵੀ ਕਰ ਸਕਦੇ ਹੋ। ਜੋ ਫਾਈਨਲ ਕਾਲ ਹੁੰਦੀ ਆ ਉਹ ਦਿੱਤੀ ਜਾਂਦੀ ਹੈ ਐਨਵਾਇਰਨਮੈਂਟ ਮਿਨਿਸਟਰੀ ਦੇ ਦੁਆਰਾ, ਠੀਕ ਆ। ਚਾਹੇ ਉਹ ਐਜ਼ ਵੈਲ ਐਜ਼ ਸਟੇਟ ਦੀਆਂ ਜਿਹੜੀਆਂ ਹੁੰਦੀਆਂ, ਜੋ ਸਟੇਟ ਦੇ ਆਪਣੀਆਂ ਪਲਾਂਟਸ ਹੁੰਦੇ ਆ, ਉਹਦੇ ਰਿਲੇਟਡ ਸਟੇਟ ਦੀਆਂ ਬੋਡੀਜ਼ ਵੀ ਪਰਮਿਸ਼ਨ ਦਿੰਦੀਆਂ ਉਹਦੇ ਵਿੱਚ। ਕਲੀਅਰ ਆ ਜੀ। ਚਲੋ ਅੱਗੇ ਚੱਲਦੇ ਹਾਂ। ਹੁਣ ਆਪਾਂ ਜੀਐਮ ਕ੍ਰੌਪਸ ਦੇ ਬਾਰੇ ਥੋੜ੍ਹਾ ਦੇਖਦੇ ਹਾਂ ਜੀ, ਹੁੰਦੀਆਂ ਕੀ ਆ ਜੀਐਮ ਕ੍ਰੌਪਸ। ਫੁੱਲ ਫਾਰਮ ਮੈਂ ਦੱਸ ਚੁੱਕਾ ਹਾਂ, ਜੈਨੇਟਿਕਲੀ ਮੋਡੀਫਾਈਡ ਕ੍ਰੌਪ, ਠੀਕ ਹੈ। ਮਤਲਬ ਜਿਨ੍ਹਾਂ ਦੇ ਜੀਨਸ ਨੂੰ ਅਸੀਂ ਥੋੜ੍ਹਾ ਜਿਹਾ ਮੋਡੀਫਾਈ ਕਰ ਦਿੰਦੇ ਹਾਂ, ਉਹ ਹੋ ਗਈਆਂ ਜੈਨੇਟਿਕਲੀ ਮੋਡੀਫਾਈਡ ਕ੍ਰੌਪ। ਹਮੇਸ਼ਾ ਨਾ ਵਰਡਸ ਨੂੰ ਥੋੜ੍ਹਾ ਜਿਹਾ ਪੜ੍ਹ ਕੇ ਇੱਕ ਵਾਰ ਦੇਖਿਆ ਕਰੋ, ਉਹ ਖੁਦ ਹੀ ਆਪਣਾ ਮੀਨਿੰਗ ਦੱਸ ਦਿੰਦੇ ਆ ਕਿ ਮੇਰਾ ਮੀਨਿੰਗ ਕੀ ਆ। ਜਿਹੜੀਆਂ ਜੀਐਮ ਫੂਡ ਹੁੰਦੇ ਆ, ਇਹ ਡਰਾਈਵ ਕੀਤੇ ਜਾਂਦੇ ਆ ਫਰੋਮ ਪਲਾਂਟਸ, ਜਿਨ੍ਹਾਂ ਦੇ ਜੀਨਸ ਲਏ ਜਾਂਦੇ ਆ, ਉਹਨਾਂ ਨੂੰ ਆਰਟੀਫਿਸ਼ੀਅਲ ਅਸੀਂ ਮੋਡੀਫਾਈ ਕਰਦੇ ਹਾਂ, ਠੀਕ ਆ। ਅਤੇ ਉਹਦੇ ਵਿੱਚ ਅਸੀਂ ਹੋਰ ਇਨਸਰਟ ਕਰਦੇ ਹਾਂ ਜੈਨੇਟਿਕ ਮਟੀਰੀਅਲ ਕਿਸੇ ਹੋਰ ਔਰਗਨ ਦਾ, ਠੀਕ ਹੈ। ਮਤਲਬ ਇੱਕ ਤਾਂ ਕ੍ਰੌਪ ਦਾ ਜੀਨਸ ਲੈ ਲਿਆ, ਦੂਜਾ ਕਿਸੇ ਹੋਰ ਚੀਜ਼ ਦਾ ਜੀਨਸ ਲੈ ਲਿਆ, ਦੋਨਾਂ ਨੂੰ ਮਿਲਾ ਕੇ ਅਸੀਂ ਜਿਹੜਾ ਨਵਾਂ ਪ੍ਰੋਡਕਟ ਤਿਆਰ ਕਰਾਂਗੇ ਉਹਨੂੰ ਅਸੀਂ ਕਹਿੰਦੇ ਹਾਂ ਜੀ ਜੀਐਮ ਕ੍ਰੌਪ। ਕਰਦੇ ਕਿਉਂ ਆ? ਇਹਦੇ ਨਾਲ ਅਸੀਂ ਕੁਛ ਨਵੀਆਂ ਪ੍ਰੋਪਰਟੀਜ਼, ਜਿਵੇਂ ਕਿ ਉਸ ਕ੍ਰੌਪ ਦਾ ਈਲਡ ਇਨਕਰੀਜ਼ ਕਰਨਾ, ਉਹਦਾ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰਨਾ, ਜੋ ਪ੍ਰੋਬਲਮਸ ਆ ਰਹੀਆਂ ਆ, ਪੈਸਟੀਸਾਈਡ ਜਿਹੜੇ ਆਪਣੇ ਪੈਸਟ ਆ ਉਹ ਅਟੈਕ ਕਰ ਰਹੇ ਆ, ਜੋ ਆਪਣੇ ਸੁੰਡੀ ਵਗੈਰਾ ਜਿੰਨਾ ਜ਼ਿਆਦਾ ਅਟੈਕ ਕਰ ਰਹੀਆਂ ਆ, ਡਿਜ਼ੀਜ਼ ਆ, ਉਹਨਾਂ ਤੋਂ ਰਜਿਸਟ ਕਰਨ ਦੇ ਲਈ, ਤਾਂ ਕਿ ਇਹਨਾਂ ਨੂੰ ਪੈਸਟੀਸਾਈਡ ਦੀ ਘੱਟ ਜ਼ਰੂਰਤ ਪਵੇ, ਆਪਣੇ ਜਿਹੜੇ ਹੁੰਦੇ ਆ ਫਰਟੀਲਾਈਜ਼ਰ ਦੀ ਘੱਟ ਜ਼ਰੂਰਤ ਪਵੇ, ਤਾਂ ਕਰਕੇ ਇਦਾਂ ਦੀਆਂ ਕ੍ਰੌਪਸ ਤਿਆਰ ਕੀਤੀਆਂ ਜਾਂਦੀਆਂ। ਜਿਵੇਂ ਕਿ ਸਾਨੂੰ ਪਤਾ BT ਕਾਟਨ, ਸੁਣਿਆ ਕਿ ਜਿਹੜੀ ਕਾਟਨਾਂ ਨੂੰ ਕਾਫੀ ਜ਼ਿਆਦਾ ਬਿਮਾਰੀ ਲੱਗਦੀ ਹੈ, ਕਿ BT ਕਾਟਨ ਅਸੀਂ ਨਵਾਂ ਕਾਟਨ ਤਿਆਰ ਕੀਤੀ ਆ, ਇੱਕ GM ਕ੍ਰੌਪ ਆ, ਇੱਕ ਇੱਦਾਂ ਦੀ ਓਨਲੀ GM ਕ੍ਰੌਪ ਆ ਇੰਡੀਆ ਵਿੱਚ, ਜਿਹਨੂੰ ਹਜੇ ਤੱਕ ਇੰਡੀਆ 'ਚ ਅਲਾਓ ਕੀਤਾ ਗਿਆ ਇਹਦੀ ਕਲਟੀਵੇਸ਼ਨ ਦੇ ਲਈ। ਰਿਸਰਚ ਕਾਫੀ ਚੱਲ ਰਹੀ ਆ, ਬ੍ਰਿੰਜਲ 'ਤੇ ਵੀ ਰਿਸਰਚ ਚੱਲ ਰਹੀ ਆ, ਆਪਣੇ ਮੇਜ਼ 'ਤੇ ਵੀ ਰਿਸਰਚ ਚੱਲ ਰਹੀ ਆ, ਮੱਕੀ 'ਤੇ ਵੀ, ਲੇਕਿਨ ਅਲਾਓ ਹਜੇ ਤੱਕ BT ਕਾਟਨ ਨੂੰ ਕੀਤਾ ਗਿਆ ਇੰਡੀਆ ਵਿੱਚ, ਹੋਰ ਕਿਸੇ ਕ੍ਰੌਪ ਨੂੰ ਅਲਾਓ ਨਹੀਂ ਕੀਤਾ ਗਿਆ। ਜਿਹੜੀ ਇਹ ਆ, ਇਹ ਦੋ ਜੀਨਸ ਤੋਂ ਮਿਲਾ ਕੇ ਬਣੀ ਗਈ ਆ BT ਕਾਟਨ, ਠੀਕ ਆ। ਇੱਕ ਤਾਂ ਆਪਾਂ ਨੂੰ ਪਤਾ ਕਾਟਨ ਦਾ ਹੀ ਜੀਨਸ ਹੋਊਗਾ, ਦੂਜਾ ਸੋਇਲ ਬੈਕਟੀਰੀਅਮ ਆ, ਜੋ ਕਿ ਜਿਹਦੀ ਸ਼ਾਰਟ ਫਾਰਮ ਹੈਗੀ ਆ BT ਬੈਸਿਲਸ ਥਰਿੰਜੀਨਸ। ਇੱਕ ਸਾਡੇ ਕੋਲ ਜੀਨਸ ਆ, ਜਾਂ ਆਪਾਂ ਕਹੀਏ ਬੈਕਟੀਰੀਆ ਆ, ਜਿਹਨੂੰ ਮਿਲਾਇਆ ਗਿਆ ਸੀਗਾ ਕਾਟਨ ਦੇ ਜੀਨ ਦੇ ਵਿੱਚ। ਉਦੋਂ ਬਾਅਦ ਇੱਕ ਸਾਡੇ ਕੋਲੇ ਤਿਆਰ ਹੋਈ ਆ BT ਕਾਟਨ ਦੀ ਕ੍ਰੌਪ। ਇਹ ਕਾਫੀ ਇਹਦੇ ਵਿੱਚ ਟੌਕਸਿਕ ਪ੍ਰੋਟੀਨ ਪਾਇਆ ਗਿਆ ਆ, ਤਾਂ ਕਿ ਜੋ ਇੱਕ ਪਿੰਕ ਵੋਲਵਰਮ, ਇੱਕ ਸਾਡੇ ਕੋਲ ਪੈਸਟ ਆ ਪਿੰਕ ਵੋਲਵਰਮ, ਜੋ ਕਿ ਅਟੈਕ ਕਰਦਾ ਸੀ ਬਾਰ-ਬਾਰ ਕ੍ਰੌਪਸ 'ਤੇ, ਠੀਕ ਆ, ਆਪਣੀ ਕਾਟਨ ਦੀ ਕ੍ਰੌਪ 'ਤੇ। ਅਤੇ ਉਹ ਤੋਂ ਬਚਾਉਣ ਦੇ ਲਈ ਹੀ ਅਸੀਂ ਸਾਰੀ BT ਕਾਟਨ ਲੈ ਕੇ ਆਏ ਹਾਂ ਜੀ, ਠੀਕ ਆ। ਕਈ ਵਾਰ ਕੁਐਸਚਨ ਆਉਂਦਾ ਹੁੰਦਾ ਕਿ ਪਿੰਕ ਵੋਲਵਮ, ਇਹ ਆਇਆ ਹੋਇਆ ਕੁਐਸਚਨ ਕਿ ਪਿੰਕ ਵੋਲਵਮ ਕਿਹੜੀ ਫਸਲ 'ਤੇ ਅਟੈਕ ਕਰਦਾ ਜਾਂ ਕੀ ਆ ਇਹ ਪੈਸਟ ਆ, ਠੀਕ ਆ। ਇੱਦਾਂ ਦੇ ਕੁਐਸਚਨ ਬਣਦੇ ਹੁੰਦੇ ਆ, ਤੁਹਾਨੂੰ ਬਿਲਕੁਲ ਧਿਆਨ ਨਾਲ ਚੀਜ਼ਾਂ ਦੇਖਣੀਆਂ ਪੈਣੀਆਂ ਆ। ਐਗਜ਼ਾਮੀਨਰ ਨੇ ਕੁਐਸਚਨ ਕਿੱਦਾਂ ਦਾ ਪਾਉਣਾ ਉਹਦੀ ਮਰਜ਼ੀ ਆ, ਲੇਕਿਨ ਆਨਸਰ ਅਸੀਂ ਇਸ ਮਟੀਰੀਅਲ 'ਚੋਂ ਦੇ ਸਕਦੇ ਹਾਂ। ਜੇ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਆਨਸਰ ਜ਼ਰੂਰ ਮਿਲੂਗਾ ਜੀ, ਠੀਕ ਆ। ਮੈਨੂੰ ਇਹਦੀ ਇੱਕ ਸਟੂਡੈਂਟ ਨੇ ਮੈਸੇਜ ਕੀਤਾ ਸੀਗਾ ਕਿ ਸਰ ਤੁਸੀਂ ਜੋ ਪਹਿਲਾਂ ਪੜ੍ਹਾਇਆ ਨਾਇਬ ਤਹਿਸੀਲਦਾਰ ਦੇ ਵਿੱਚ ਘੱਟ ਆਇਆ। ਮੈਂ ਪ੍ਰੋਪਰਲੀ ਪੇਪਰ ਐਨਾਲਾਈਜ਼ ਕੀਤਾ ਆ, ਅਤੇ ਜੋ ਕਰੰਟ ਅਫੇਅਰ ਦੇ ਕੁਐਸਚਨ ਨੇ, ਲਗਭਗ 10-12 ਕੁਐਸਚਨ ਆਏ ਆ ਕਰੰਟ ਅਫੇਅਰ ਦੇ, ਜਿਹੜੇ ਪਿਓਰ ਕਰੰਟ ਅਫੇਅਰ ਦੇ ਆ, ਠੀਕ ਹੈ। ਆਪਾਂ ਜੇ ਇਕਨੋਮੀ ਵਗੈਰਾ ਨੂੰ ਕੱਢ ਦਈਏ ਤਾਂ ਉਹਦੇ ਵਿੱਚੋਂ ਲਗਭਗ 7 ਕੁਐਸਚਨ ਜਿਹੜੇ ਆ, 7 ਤੋਂ 8 ਕੁਐਸਚਨ ਉਹ ਜੋ ਮੈਂ ਪੜ੍ਹਾਇਆ ਸੀਗਾ ਉਹਦੇ ਵਿੱਚੋਂ ਆਏ ਹੋਏ ਸੀਗੇ। ਸ਼ਾਇਦ ਮੈਂ ਇਨ ਫਿਊਚਰ ਉਹ ਵੀਡੀਓ ਵੀ ਲੈ ਕੇ ਆਵਾਂ, ਜੋ ਦੱਸੂਗਾ ਵੀ ਇਸ ਵੀਡੀਓ ਦਾ ਆ ਇੰਨੇ ਮਿੰਟ 'ਤੇ ਦੇਖੋ ਜਾਂ ਇੰਨੇ ਮਿੰਟ 'ਤੇ ਦੇਖੋ, ਉੱਦਾਂ ਦੇ ਕੁਐਸਚਨ ਆਏ ਹੋਏ ਆ। ਅਤੇ ਉਹ ਬਸ ਗੱਲ ਕੀ ਹੁੰਦੀ ਹੈ ਕਿ ਅਸੀਂ ਚੀਜ਼ਾਂ ਧਿਆਨ ਨਾਲ ਪੜ੍ਹਦੇ ਨੇਗੇ, ਅਸੀਂ ਵੈਸੇ ਉੱਪਰੋਂ ਪੜ੍ਹ ਲੈਂਦੇ ਹਾਂ, ਸਾਨੂੰ ਲੱਗਦਾ ਕਿ ਪੇਪਰ ਈਜ਼ੀ ਹੋਊਗਾ। ਨਹੀਂ ਜੀ, ਹੁਣ ਮੈਂ ਅੰਡਰਲਾਈਨ ਕੀਤਾ, ਇੰਨਾ ਮਹੀਨ ਕੁਐਸਚਨ ਵੀ ਆ ਸਕਦਾ। ਉਹ ਕਿਹੜਾ ਸੋਇਲ ਬੈਕਟੀਰੀਆ ਵੀ ਪੁੱਛ ਸਕਦਾ, ਇਹ ਵੀ ਪੁੱਛ ਸਕਦਾ ਕਿ ਜਿਹੜਾ ਬੈਕਟੀਰੀਆ BT ਕਾਟਨ ਦੇ ਵਿੱਚ ਉਹ ਕਾਹਦਾ ਆ, ਸੋਇਲ ਦਾ ਆ ਜਾਂ ਕਿਸੇ ਹੋਰ ਔਰਗਨ ਦਾ, ਇੱਦਾਂ ਦੇ ਕੁਐਸਚਨ ਵੀ ਆ ਸਕਦੇ ਆ। ਤੁਸੀਂ ਚੀਜ਼ਾਂ ਇੰਨੇ ਧਿਆਨ ਨਾਲ ਪੜ੍ਹਨੀਆਂ ਜੀ, ਠੀਕ ਆ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਆਪਣੇ ਕੋਲ ਹੈਗਾ ਜੀ ਜੈਨੇਟਿਕ ਇੰਜੀਨੀਅਰਿੰਗ ਅਪਰੇਜ਼ਲ ਕਮੇਟੀ, GEAC, ਜਿਹੜੀ ਆਪਾਂ ਹੁਣੇ ਕਮੇਟੀ ਦੇਖੀ ਆ, ਉਹਦੇ ਬਾਰੇ ਦੇਖਦੇ ਹਾਂ ਕੀ ਆ। ਜੇ ਆਪਾਂ GEAC ਦੀ ਗੱਲ ਕਰੀਏ ਤਾਂ ਇੱਕ ਸਟੈਚੂਟਰੀ ਬੋਡੀ ਆ ਜੀ, ਠੀਕ ਆ। ਸਟੈਚੂਟਰੀ ਬੋਡੀ ਉਹ ਹੁੰਦੀ ਆ ਜਿਹੜੀ ਕਿਸੇ ਐਕਟ ਦੇ ਅੰਡਰ ਬਣਦੀ ਆ, ਅਤੇ ਇਹ ਬਣੀ ਆ ਸਾਡੇ ਕੋਲੇ ਐਨਵਾਇਰਮੈਂਟਲ ਪ੍ਰੋਟੈਕਸ਼ਨ ਐਕਟ 1986 ਦੇ ਅੰਡਰ, ਠੀਕ ਆ। ਜਿਹੜੀ ਇਹ ਕਮੇਟੀ ਆ ਇਹ ਇਸ ਐਕਟ ਦੇ ਅੰਡਰ ਬਣੀ ਆ। ਇਹ ਫੰਕਸ਼ਨ ਕਰਦੀ ਆ ਅੰਡਰ ਦਾ ਮਿਨਿਸਟਰੀ ਆਫ ਐਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ। ਅਸੀਂ ਮਿਨਿਸਟਰੀ ਵੀ ਯਾਦ ਰੱਖਣੀ ਹੈ, ਐਂਡ ਅਸੀਂ ਇਹ ਵੀ ਯਾਦ ਰੱਖਣਾ ਕਿ ਇਹ ਕਿਹੜੀ ਕਮੇਟੀ ਹੈ, ਅਤੇ ਇਹਦਾ ਕੰਮ ਸਾਨੂੰ ਪਤਾ ਚੱਲ ਚੁੱਕਾ ਆ। ਜੋ ਵੀ ਸਾਡੀ ਕੰਟਰੀ ਦੇ ਵਿੱਚ ਜਿੰਨੇ ਵੀ ਆਪਣੇ GM ਕ੍ਰੌਪ ਨੂੰ ਲੈ ਕੇ ਰਿਸਰਚ ਹੁੰਦੀ ਆ ਜਾਂ ਉਹਦੀ ਅਪਰੂਵਲ ਲੈਣੀ ਪੈਂਦੀ ਆ, ਉਹ ਸਾਰੇ ਦੇ ਸਾਰੀ ਅਪਰੂਵਲ ਸਾਨੂੰ ਇਹ ਕਮੇਟੀ ਦਿੰਦੀ ਆ ਜੀ। ਚਲੋ ਅੱਗੇ ਚੱਲਦੇ ਹਾਂ। ਜਿਵੇਂ ਕਿ ਮੈਂ ਦੱਸ ਕੇ ਹਟਾਂਗੀ, ਰਿਸਪੌਂਸੀਬਲ ਕਾਹਦੇ ਲਈ ਆ, ਜੋ ਵੀ ਐਕਟੀਵਿਟੀਜ਼ ਹੁੰਦੀਆਂ ਆ, ਜੋ ਕਿ ਜਿਵੇਂ ਕਿ ਆਪਾਂ ਹੈਜ਼ਾਰਡਸ ਕੋਈ ਮਾਈਕਰੋ ਔਰਗੈਨਿਜ਼ਮ ਦੀ ਗੱਲ ਕਰੀਏ, GM ਕ੍ਰੌਪ ਤਿਆਰ ਕਰਨੀਆਂ ਆ, ਉਹਦੇ ਰਿਲੇਟਡ ਸਾਨੂੰ ਇਹ ਅਪਰੇਜ਼ਲ ਅਪਰੂਵਲ ਦਿੰਦੀ ਆ।
इस कमेटी के ਜਿਹੜੇ ਚੇਅਰਮੈਨ ਹੁੰਦੇ ਆ, ਇਹ ਵੀ ਇੰਪੋਰਟੈਂਟ ਗੱਲ ਅਸੀਂ ਯਾਦ ਰੱਖਣੀ ਆ, ਸਪੈਸ਼ਲ ਸੈਕਟਰੀ ਹੋਣਗੇ ਜਾਂ ਐਡੀਸ਼ਨਲ ਸੈਕਟਰੀ ਆਫ ਦਾ ਮਿਨਿਸਟਰੀ ਆਫ ਐਨਵਾਇਰਨਮੈਂਟ ਐਂਡ ਫੋਰੈਸਟ ਐਂਡ ਕਲਾਈਮੇਟ ਚੇਂਜ ਵਾਲੇ, ਜਿਹੜੀ ਮਿਨਿਸਟਰੀ ਦੀ ਗੱਲ ਕਰ ਰਹੇ ਆਪਾਂ ਜਿਹਦੇ ਅੰਡਰ ਇਹ ਕੰਮ ਕਰਦੀ ਆ, ਉਹਦੇ ਜਿਹੜੇ ਸਪੈਸ਼ਲ ਸੈਕਟਰੀ ਹੁੰਦੇ ਆ ਜਾਂ ਐਡੀਸ਼ਨਲ ਸੈਕਟਰੀ ਉਹੀ ਇਹਦੇ ਚੇਅਰਮੈਨ ਹੁੰਦੇ ਆ ਜੀ। ਹੁਣ ਇੱਥੋਂ ਇੱਕ ਕੁਐਸਚਨ ਬਣਦਾ, ਕੁਐਸਚਨ ਮੈਂ ਆਨਸਰ ਨਹੀਂ ਦਿਖਾਊਂਗਾ, ਪਹਿਲਾਂ ਕੁਐਸਚਨ ਦੇਖੋ ਤੁਸੀਂ। ਕੁਐਸਚਨ ਕੀ ਹੈ ਕਿ ਜਿਹੜੀ ਜੈਨੇਟਿਕ ਇੰਜੀਨੀਅਰਿੰਗ ਅਪਰੇਜ਼ਲ ਕਮੇਟੀ ਆ, ਜਿਹੜੀ ਆਪਾਂ ਹੁਣੇ ਕਮੇਟੀ ਦੇਖੀ ਆ ਜੀ, ਇਹ ਕਿਹੜੇ ਐਕਟ ਦੇ ਅੰਡਰ ਬਣੀ ਆ? ਦੇਖੋ ਇੱਦਾਂ ਦੇ ਕੁਐਸਚਨ ਬਣਦੇ ਹੁੰਦੇ ਆ। ਸਾਡੇ ਕੋਲ ਪਹਿਲਾ ਆਪਸ਼ਨ ਆ ਜੀ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006, ਸੈਕੰਡ ਆਪਸ਼ਨ ਆ ਜੀਓਗ੍ਰਾਫਿਕਲ ਇੰਡੀਕੇਸ਼ਨ ਆਫ ਫੂਡ ਐਕਟ 1999, ਤੀਜਾ ਆਪਸ਼ਨ ਆਪਣੇ ਕੋਲ ਐਨਵਾਇਰਨਮੈਂਟਲ ਐਕਟ 1986 ਐਂਡ ਚੌਥਾ ਆਪਸ਼ਨ ਆ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972। ਤੁਸੀਂ ਮੈਨੂੰ ਇਹਦਾ ਆਨਸਰ ਜਿਹੜਾ ਕਮੈਂਟ ਬਾਕਸ ਵਿੱਚ ਹੁਣੇ ਦੱਸੋ ਜੀ, ਠੀਕ ਹੈ। ਕੁਐਸਚਨ ਪੜ੍ਹ ਲਿਆ, ਇਹਦਾ ਆਨਸਰ ਦੱਸੋ ਹੁਣੇ, ਕਿਉਂਕਿ ਆਪਾਂ ਹੁਣੇ ਪੜ੍ਹ ਕੇ ਹਟੇ ਉੱਪਰ, ਮੈਨੂੰ ਲੱਗਦਾ 10 ਸਕਿੰਟ ਵੀ ਨਹੀਂ ਹੋਇਆ ਆਪਾਂ ਇਹਦੇ ਬਾਰੇ ਪੜ੍ਹੇ ਹੋਏ ਨੂੰ। ਚਲੋ ਜੀ, ਤੇ ਜੇ ਮੈਂ ਦੱਸਾਂ ਇਹਦਾ ਆਨਸਰ ਆਪਣੇ ਕੋਲ ਹੈਗਾ ਜੀ ਆਪਸ਼ਨ ਨੰਬਰ ਸੀ। ਵੈਸੇ ਤਾਂ ਮੈਂ ਆਨਸਰ ਦੱਸਣਾ ਨਹੀਂ ਸੀ, ਲੇਕਿਨ ਮੈਂ ਦੱਸ ਦਿੱਤਾ ਆ, ਆਨਸਰ ਹੈਗਾ ਇਹਦਾ ਆਪਸ਼ਨ ਨੰਬਰ ਸੀ, ਐਨਵਾਇਰਨਮੈਂਟਲ ਪ੍ਰੋਟੈਕਸ਼ਨ ਐਕਟ 1986। ਚਲੋ ਆਪਣੇ ਕੋਲ ਨੈਕਸਟ ਨਿਊਜ਼ ਹੈਗੀ ਆ ਜੀ ਇੰਟਰਨੈਸ਼ਨਲ ਟੀ ਡੇ। ਇੰਟਰਨੈਸ਼ਨਲ ਟੀ ਡੇ ਜਿਹੜਾ ਆ ਇਹਨੂੰ ਅਸੀਂ ਮਨਾਉਂਦੇ ਹਾਂ, ਸੈਲੀਬ੍ਰੇਟ ਕਰਦੇ ਹਾਂ, ਤਾਂ ਕਿ ਅਸੀਂ ਲੋਕਾਂ ਵਿੱਚ ਇਹ ਅਵੇਅਰਨੈਸ ਕ੍ਰੀਏਟ ਕਰ ਸਕੀਏ ਕਿ ਜਿਹੜੀ ਟੀ ਆ ਉਹ ਕਿੰਨੀ ਮਹੱਤਵਪੂਰਨ ਆ, ਕਿੰਨੀ ਉਹਦੇ ਸਿਗਨੀਫਿਕੈਂਸ ਆ, ਠੀਕ ਆ। ਇਸ ਡੇ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ 21 ਮਈ ਨੂੰ ਹਰੇਕ ਸਾਲ, ਅਤੇ ਜੋ ਇਸ ਸਾਲ ਦਾ ਥੀਮ ਆ ਉਹ ਹੈਗਾ ਸਾਡੇ ਕੋਲ ਟੀ ਐਂਡ ਫੇਅਰ ਟ੍ਰੇਡ। ਟੀ ਐਂਡ ਫੇਅਰ ਟ੍ਰੇਡ ਥੀਮ ਵਗੈਰਾ ਯਾਦ ਰੱਖਿਓ, ਤੁਸੀਂ PPSC ਦਾ ਪੇਪਰ ਦੇਖਿਆ ਆ, ਥੀਮ ਪੁੱਛ ਲੈਂਦੇ ਆ, ਠੀਕ ਆ, ਥੀਮ ਜ਼ਰੂਰ ਯਾਦ ਰੱਖਿਓ ਜੀ। ਚਲੋ ਅੱਗੇ ਚੱਲਦੇ ਹਾਂ। 21 ਮਈ ਨੂੰ ਇਸ ਡੇ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ। ਹੁਣ ਆਪਾਂ ਜੇ ਦੇਖੀਏ ਜਿਹੜਾ ਇਸ ਗੱਲ ਦੇਖਦੇ ਹਾਂ ਵੀ ਇਹ ਟੀ ਡੇ ਨਾਲ ਇੰਪੋਰਟੈਂਟ ਕਿਉਂ ਆ, ਅਸੀਂ ਕਿਉਂ ਇਹਨੂੰ ਦੇਖ ਰਹੇ ਹਾਂ, ਕਿਉਂਕਿ ਜਿਹੜਾ ਫਰਸਟ ਇੰਟਰਨੈਸ਼ਨਲ ਟੀ ਡੇ ਆ ਉਹ ਦਿੱਲੀ ਵਿੱਚ ਮਨਾਇਆ ਗਿਆ ਸੀਗਾ, ਅਤੇ 2005 ਦੇ ਵਿੱਚ ਇੰਡੀਆ ਨੇ ਇਹਨੂੰ ਸੈਲੀਬ੍ਰੇਟ ਕੀਤਾ ਸੀਗਾ। ਉਸ ਤੋਂ ਬਾਅਦ 2015 ਵਿੱਚ ਜਿਹੜੀ ਇੰਡੀਅਨ ਗੌਰਮੈਂਟ ਆ ਉਹਨੇ ਪ੍ਰਪੋਜ਼ਲ ਦਿੱਤਾ ਸੀਗਾ ਯੂਨਾਈਟਿਡ ਨੇਸ਼ਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਜਿਹਦੀ ਹੈਗੀ ਸ਼ਾਰਟ ਫਾਰਮ FAO, ਠੀਕ ਆ, ਕਿ ਤੁਸੀਂ ਇਹਨੂੰ ਗਲੋਬਲੀ ਐਕਸਪੈਂਡ ਕਰੋ ਜੀ ਇਸ ਦਿਨ ਨੂੰ, ਤਾਂ ਕਿ ਅਸੀਂ ਪੂਰੇ ਵਰਲਡ ਲੈਵਲ 'ਤੇ ਟੀ ਦੇ ਬਾਰੇ ਅਵੇਅਰਨੈਸ ਕ੍ਰੀਏਟ ਕਰ ਸਕੀਏ। ਹੁਣ ਤੁਹਾਡੇ ਲਈ ਕੁਐਸਚਨ ਆ ਕਿ ਜਿਹੜਾ FAO ਆ ਇਹਦਾ ਹੈੱਡਕੁਆਟਰ ਕਿੱਥੇ ਆ, ਠੀਕ ਆ, ਇਹਦਾ ਹੈੱਡਕੁਆਟਰ ਕਿੱਥੇ ਆ, ਕਮੈਂਟ ਬਾਕਸ ਵਿੱਚ ਆਨਸਰ ਕਰੋ। ਹੁਣ ਜਿਹੜਾ ਇਹ ਦਿਨ ਸੀ ਇਹਨੂੰ ਹਰੇਕ ਮਈ ਦੇ ਮੰਥ ਦੇ ਵਿੱਚ ਆਪਾਂ ਇਹਨੂੰ ਸੈਲੀਬ੍ਰੇਟ ਕਰਦੇ ਹਾਂ, ਜਿਵੇਂ ਆਪਾਂ ਹੁਣੇ ਤਰੀਕ ਦੇਖ ਕੇ ਹਟੇ ਹਾਂ। ਜੇ ਆਪਾਂ ਟੀ ਦੀ ਗੱਲ ਕਰੀਏ ਤਾਂ ਸਾਡੇ ਕੋਲ ਵਿਸ਼ਵਾਸ ਆ ਕਿ ਇਹਦੀ ਜਿਹੜੀ ਸ਼ੁਰੂਆਤ ਆ ਇਸ ਖੇਤੀ ਦੀ, ਇਸ ਕਲਟੀਵੇਸ਼ਨ ਦੀ, ਉਹ ਨਾਰਥ ਈਸਟਰਨ ਪਾਰਟ ਜਿਹੜਾ ਇੰਡੀਆ ਦਾ, ਅਸਮ ਵਗੈਰਾ ਹੋ ਗਿਆ, ਉੱਥੋਂ ਹੋਇਆ ਆ, ਪਲੱਸ ਜੋ ਸਾਊਥ ਚਾਈਨਾ ਆ, ਸਾਊਥ ਵੈਸਟ ਚਾਈਨਾ। ਤਾਂ ਇੰਡੀਆ ਅਤੇ ਚਾਈਨਾ ਦੋ ਇੱਦਾਂ ਦੀਆਂ ਕੰਟਰੀਜ਼ ਨਾ ਜਿੱਥੋਂ ਸਾਨੂੰ ਓਰੀਜੀਨੇਸ਼ਨ ਮਿਲਦਾ ਆ ਚਾਹ ਦਾ, ਅਤੇ ਇਸ ਏਰੀਏ ਦੇ ਵਿੱਚ ਜਿਹੜਾ ਟੀ ਪ੍ਰੋਡਕਸ਼ਨ ਆ ਉੱਥੋਂ ਦੇ ਲੋਕਾਂ ਦੀ ਰੋਜੀ ਰੋਟੀ ਦਾ ਸਾਧਨ ਆ, ਲੋਕਾਂ ਦੀ ਜਿਹੜੀ ਰੋਜੀ ਰੋਟੀ ਆ ਉਹ ਇਸੇ 'ਤੇ ਹੀ ਡਿਪੈਂਡ ਕਰਦੀ ਆ। ਇਸੇ ਕਰਕੇ ਇੰਡੀਆ ਨੇ ਇੱਕ ਟੀ ਬੋਰਡ ਬਣਾਇਆ ਸੀਗਾ, ਟੀ ਬੋਰਡ ਆਫ ਇੰਡੀਆ, ਜਿਹਦੀ ਕੀ ਐਸਟੈਬਲਿਸ਼ਮੈਂਟ ਹੋਈ ਸੀਗੀ 1953 ਦਾ ਇੱਕ ਐਕਟ ਸੀਗਾ, ਟੀ ਐਕਟ ਆਫ 1953, ਅਤੇ ਇਹਦਾ ਹੈੱਡਕੁਆਟਰ ਸਾਨੂੰ ਮਿਲਦਾ ਕਲਕੱਤਾ ਵਿਖੇ ਜੀ, ਠੀਕ ਆ। ਅਤੇ ਜੇ ਆਪਾਂ ਹੁਣ ਗੱਲ ਕਰੀਏ ਜੀ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਇਹਦੀ ਕਿਹਦੇ ਅੰਡਰ ਹੁੰਦੀ ਆ, ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ, ਜਿਹੜਾ ਸਾਡੇ ਕੋਲ ਬੋਰਡ ਆ ਇਹ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦੇ ਅੰਡਰ ਇਹ ਬੋਰਡ ਆ। ਅਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖ ਲੈਣਾ ਕਿ ਜਿਹੜੇ 5 ਟੌਪ ਦੀਆਂ ਸਟੇਟ ਆ ਜੋ ਆਪਣੇ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਟੀ ਪ੍ਰੋਡਿਊਸ ਕਰਦੀਆਂ। ਸਭ ਤੋਂ ਪਹਿਲੇ ਨੰਬਰ 'ਤੇ ਹੈਗੀ ਆ ਅਸਮ, ਦੂਜੇ ਨੰਬਰ 'ਤੇ ਹੈਗੀ ਆ ਵੈਸਟ ਬੰਗਾਲ, ਤੀਜੇ ਨੰਬਰ 'ਤੇ ਹੈਗੀ ਆ ਤਮਿਲਨਾਡੂ, ਚੌਥੇ 'ਤੇ ਕੇਰਲਾ, ਅਤੇ ਪੰਜਵੇਂ 'ਤੇ ਕਰਨਾਟਕਾ। ਇਹ ਵੀ ਬੜਾ ਜ਼ਰੂਰੀ ਆ ਜੀ। ਚਲੋ ਅੱਗੇ ਚੱਲਦੇ ਹਾਂ। ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਨਿਊਜ਼ ਦੇ ਵਿੱਚ ਇਸ ਕਰਕੇ ਆ ਕਿਉਂਕਿ ਹੁਣੇ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਪਾਰਟੀਸਪੇਟ ਕੀਤਾ ਸੀਗਾ ਇੱਕ ਈਵੈਂਟ ਜੋ ਕਿ ਟੋਕੀਓ ਵਿੱਚ ਹੋਇਆ ਸੀਗਾ। ਉਸ ਈਵੈਂਟ ਦਾ ਨਾਮ ਕੀ ਆ, ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ, ਠੀਕ ਆ। ਇੱਕ ਇਕਨੋਮਿਕ ਇਨੀਸ਼ੀਏਟਿਵ ਆ ਜਿਹੜਾ ਕਿ ਜਦੋਂ ਸਮਿਟ ਚੱਲ ਰਹੀ ਸੀ, ਕੁਆਡ ਦੀ ਸਮਿਟ, ਕੁਆਡ ਦੇ ਲੀਡਰਸ ਇੰਡੀਆ, USA, ਆਸਟ੍ਰੇਲੀਆ, ਜਾਪਾਨ, ਟੋਕੀਓ ਵਿੱਚ ਮੀਟਿੰਗ ਚੱਲ ਰਹੀ ਸੀਗੀ। ਉੱਥੇ ਅਸੀਂ ਇਹਦੇ ਬਾਰੇ ਗੱਲ ਕੀਤੀ ਆ ਕਿ ਕਿਉਂ ਨਾ ਆਪਾਂ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ 'ਤੇ ਕੰਮ ਕਰੀਏ। ਇਹ ਇੰਡੋ ਪੈਸੀਫਿਕ ਹੈ ਕੀ, ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। ਇਹ ਉਹ ਏਰੀਆ ਆ ਜਿਹੜਾ ਇੰਡੀਅਨ ਓਸ਼ਨ ਅਤੇ ਪੈਸੀਫਿਕ ਓਸ਼ਨ ਦਾ ਇੱਕ ਕਾਮਨ ਜਿਹਾ ਏਰੀਆ ਆ, ਇਹਨੂੰ ਅਸੀਂ ਇੰਡੋ ਪੈਸੀਫਿਕ ਓਸ਼ਨ ਕਹਿ ਦਿੰਦੇ ਹਾਂ, ਇੰਡੋ ਪੈਸੀਫਿਕ ਏਰੀਆ, ਠੀਕ ਆ। ਹੁਣ ਕੁਆਡ ਕੀ ਚੀਜ਼ ਆਪਾਂ ਉਹਦੇ ਬਾਰੇ ਦੇਖਦੇ ਹਾਂ। ਕੁਆਡ ਹੈਗਾ ਕੁਆਡੀਲੇਟਰਲ ਸਿਕਿਉਰਿਟੀ ਡਾਇਲੋਗ। ਇਹ 4 ਕੰਟਰੀਜ਼ ਜਿਹੜੀਆਂ 4 ਡੈਮੋਕ੍ਰੈਟਿਕ ਕੰਟਰੀਜ਼ ਇਹਨਾਂ ਨੇ ਮਿਲ ਕੇ ਗਰੁੱਪ ਬਣਾਇਆ, ਇੰਡੀਆ, ਆਸਟ੍ਰੇਲੀਆ, USA ਅਤੇ ਜਾਪਾਨ। ਆ ਰਿਹਾ ਸਾਡੇ ਕੋਲ ਜੀ USA, ਆ ਰਿਹਾ ਸਾਡੇ ਕੋਲ ਜਾਪਾਨ, ਇੰਡੀਆ, ਐਂਡ 4th ਨੰਬਰ 'ਤੇ ਸਾਡੇ ਕੋਲ ਹੈਗਾ ਆਸਟ੍ਰੇਲੀਆ। ਆ ਰਿਹਾ ਸਾਡੇ ਕੋਲ ਪੈਸੀਫਿਕ ਓਸ਼ਨ, ਅਤੇ ਇੱਥੇ ਸਾਡੇ ਕੋਲ ਹੈਗਾ ਇੰਡੀਅਨ ਓਸ਼ਨ, ਅਤੇ ਇਸ ਏਰੀਏ ਨੂੰ ਆਪਾਂ ਕਹਿੰਦੇ ਹਾਂ ਇੰਡੋ ਪੈਸੀਫਿਕ ਰੀਜਨ, ਠੀਕ ਆ। ਇਹ 4 ਕੰਟਰੀਜ਼ ਮਿਲੀਆਂ, ਇਹਨਾਂ ਨੇ ਮਿਲ ਕੇ ਗਰੁੱਪ ਬਣਾਇਆ, ਠੀਕ ਆ। ਇਹਨਾਂ ਦਾ ਪਰਪਜ਼ ਕੀ ਸੀਗਾ ਗਰੁੱਪ ਬਣਾਉਣ ਦਾ, ਤਾਂ ਕਿ ਜੋ ਕਾਮਨ ਇੰਟਰਸਟ ਨੇ ਇਹਨਾਂ ਦੇ, ਚਾਹੇ ਉਹ ਮੈਰੀਟਾਈਮ ਟ੍ਰੇਡ ਨੂੰ ਲੈ ਕੇ ਹੋਣ ਜਾਂ ਸਿਕਿਉਰਿਟੀ ਨੂੰ ਲੈ, ਠੀਕ ਹੈ, ਉਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਇੰਟਰਸਟ ਕਾਮਨ ਆ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਹੀ ਇਹ ਗਰੁੱਪ ਬਣਿਆ ਸੀਗਾ। ਇਸ ਗਰੁੱਪ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ 2007 ਦੀ ਗੱਲ ਆ,
ਉਦੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਜਾਪਾਨ ਦੇ ਸ਼ਿੰਜੋ ਆਬੇ, ਠੀਕ ਆ, ਉਹਨਾਂ ਨੇ ਇਨੀਸ਼ੀਏਟ ਕੀਤਾ ਸੀਗਾ ਕਿ ਯਾਰ ਕਿਉਂ ਨਾ ਆਪਾਂ ਇੱਕ ਇੱਦਾਂ ਦਾ ਗਰੁੱਪ ਬਣਾਈਏ ਜਿਹਦੇ ਵਿੱਚ ਆਪਾਂ ਚਾਰੇ ਜਾਣੇ ਮਿਲ ਕੇ ਕੰਮ ਕਰੀਏ। ਲੇਕਿਨ ਉਸ ਟਾਈਮ ਤੇ ਜੋ ਆਸਟ੍ਰੇਲੀਆ ਉਹ ਕਿਤੇ ਨਾ ਕਿਤੇ ਚਾਈਨਾ ਦੇ ਇਨਫਲੂਐਂਸ ਦੇ ਅੰਡਰ ਸੀਗਾ, ਆਸਟ੍ਰੇਲੀਆ ਮੰਨ ਨਹੀਂ ਸੀ ਰਿਹਾ ਇਸ ਗੱਲ ਨੂੰ, ਠੀਕ ਆ। ਲੇਕਿਨ 2017 ਤੱਕ ਆਉਂਦੇ ਆਉਂਦੇ ਚਾਰੋਂ ਕੰਟਰੀਜ਼ ਨੂੰ ਲੱਗਾ ਕਿ ਜੋ ਜਾਪਾਨ ਦੇ ਉਸ ਟਾਈਮ ਦੇ ਪੀਐਮ ਉਹ ਸਹੀ ਗੱਲ ਕਰ ਰਹੇ ਨੇ, ਤੇ ਇਹਨਾਂ ਨੇ ਇੱਕ ਮਿਲ ਕੇ ਇੰਡੀਆ, ਆਸਟ੍ਰੇਲੀਆ, USA ਤੇ ਜਾਪਾਨ ਨੇ ਮਿਲ ਕੇ ਇੱਕ ਗਰੁੱਪ ਫਾਰਮ ਕੀਤਾ ਜਿਹਦਾ ਨਾਮ ਹੈਗਾ ਜੀ ਕੁਆਡ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਆਪਣੇ ਕੋਲੇ ਨੈਕਸਟ ਨਿਊਜ਼ ਆ, ਇੰਦਰਾ ਗਾਂਧੀ ਸ਼ਹਿਰੀ ਰੋਜ਼ਗਾਰ ਗਾਰੰਟੀ ਯੋਜਨਾ। ਰਾਜਸਥਾਨ ਗੌਰਮੈਂਟ ਨੇ ਇੱਕ ਸਕੀਮ ਲਾਂਚ ਕੀਤੀ ਆ ਜਿਹਦਾ ਨਾਮ ਹੈਗਾ ਜੀ ਆਪਣੇ ਕੋਲੇ ਇੰਦਰਾ ਗਾਂਧੀ ਸ਼ਹਿਰੀ ਰੋਜ਼ਗਾਰ ਯੋਜਨਾ, ਠੀਕ ਆ। ਇੱਕ ਜੋਬ ਪ੍ਰੋਵਾਈਡਿੰਗ ਯੋਜਨਾ ਆ ਜਿਹਦੇ ਵਿੱਚ ਜੋਬ ਦਿੱਤੀਆਂ ਜਾਣਗੀਆਂ। ਇੱਕ ਇੰਪਲੋਇਮੈਂਟ ਸਕੀਮਾਂ ਫॉर द ਅਰਬਨ ਏਰੀਆਜ਼, ਜੋ ਅਰਬਨ ਏਰੀਆ ਦੇ ਲੋਕ ਨੇ ਉਹਨਾਂ ਦੇ ਲਈ ਆ, ਠੀਕ ਆ। ਇਹ ਸਕੀਮ ਕੇਸ ਲਾਈਨ ਤੇ ਚਲਾਈ ਗਈ ਹੈ ਕਿ ਸਾਨੂੰ ਪਤਾ ਹੈ ਕਿ ਨਾ ਹੋਰ ਸਕੀਮ ਹੈ ਇੱਦਾਂ ਦੀ ਮਨਰੇਗਾ ਕਰਕੇ, ਠੀਕ ਆ। ਮਹਾਤਮਾ ਗਾਂਧੀ ਜੋ ਗਰੰਟੀ ਯੋਜਨਾ ਜੋ ਰੂਰਲ ਲੋਕਾਂ ਦੇ ਲਈ ਆ, ਪਿੰਡਾਂ ਵਾਲੇ ਲੋਕਾਂ ਦੇ ਲਈ। ਇਹ ਆਪਾਂ ਨੂੰ ਜਿਹੜਾ PPSC ਦਾ ਐਗਜ਼ਾਮ ਆ ਉਹ 'ਚ ਕੁਐਸਚਨ ਵੀ ਆਇਆ ਸੀਗਾ, ਠੀਕ ਆ। ਜੇ ਤੁਸੀਂ ਧਿਆਨ ਨਾਲ ਪੜ੍ਹਿਆ ਹੋਊਗਾ ਤਾਂ ਤੁਸੀਂ ਇਹਦਾ ਆਨਸਰ ਸਹੀ ਕਰਕੇ ਆਏ ਹੋਵੋਗੇ। ਤੇ ਹਾਂ, ਇਹ ਮੈਂ ਕਰਾਇਆ ਵੀ ਸੀਗਾ ਆਪਣੇ ਕਰੰਟ ਅਫੇਅਰ ਦੇ, ਜਿਹੜੀ ਮੇਰੀ ਵੀਡੀਓ ਸੀ ਮੈਂ ਉਹ 'ਚ ਵੀ ਕਰਵਾਇਆ ਸੀਗਾ, ਤੇ ਉੱਥੋਂ ਵੀ ਕੁਐਸਚਨ ਆਇਆ ਸੀਗਾ। ਇੱਕ BWW ਵਾਲਾ, ਬਿਲਡ ਵਾਲਾ, ਉਹ ਵੀ ਮੈਂ ਕਰਵਾਇਆ ਸੀਗਾ ਤੇ ਉਹ ਵੀ ਕੁਐਸਚਨ ਆਇਆ ਸੀਗਾ। ਇੱਕ ਪਰਮ ਗੰਗਾ ਕੰਪਿਊਟਰ ਉਹ ਵੀ ਕਰਵਾਇਆ ਸੀਗਾ ਤੇ ਉਹ ਵੀ ਆਇਆ ਸੀਗਾ। ਮੀਨਸ ਕਾਫੀ ਕੁਐਸਚਨ ਸੀਗੇ ਜੋ ਆਪਾਂ ਕੀਤੇ ਸੀਗੇ ਤੇ ਪੇਪਰ 'ਚ ਆਏ ਹੋ ਸੀਗੇ, ਠੀਕ ਹੈ। ਤਾਂ ਮਨਰੇਗਾ ਦੇ ਲਾਈਨਸ ਤੇ ਆ, ਜਿਵੇਂ ਕਿ ਸਾਨੂੰ ਪਤਾ ਜੋ ਮਨਰੇਗਾ ਆ ਉਹ ਪਿੰਡਾਂ ਵਾਲੇ ਲੋਕਾਂ ਦੇ ਲਈ ਆ। ਲੇਕਿਨ ਜੋ ਸ਼ਹਿਰੀ ਲੋਕ ਨੇ ਜਿਵੇਂ ਕਿ ਸਟਰੀਟ ਵੈਂਡਰ ਹੋ ਗਏ, ਢਾਬੇ ਵਾਲੇ ਹੋ ਗਏ, ਜੋ ਛੋਟੇ ਛੋਟੇ ਰੈਸਟੋਰੈਂਟ ਚਲਾਉਂਦੇ ਆ ਸ਼ਹਿਰਾਂ ਵਾਲੇ, ਉਹਨਾਂ ਦੇ ਲਈ ਕੋਈ ਸਕੀਮ ਨਹੀਂ ਸੀਗੀ। ਤੇ ਇਸ ਕਰਕੇ ਰਾਜਸਥਾਨ ਗੌਰਮੈਂਟ ਇਹ ਸਕੀਮ ਲੈ ਕੇ ਆਈ ਆ। ਇਸ ਸਕੀਮ ਦੇ ਅੰਡਰ 100 ਦਿਨ ਦਾ ਕੰਮ ਦਿੱਤਾ ਜਾਊਗਾ ਇੱਦਾਂ ਦੇ ਲੋਕਾਂ ਨੂੰ ਜੋ ਕਿ ਸ਼ਹਿਰਾਂ ਵਿੱਚ ਰਹਿੰਦੇ ਆ, ਠੀਕ ਆ। ਸਪੈਸੀਫਿਕਲੀ ਅਰਬਨ ਲੋਕ ਯਾਦ ਰੱਖਿਓ, ਇਹ ਦੋਨਾਂ ਦੇ ਲਈ ਨਹੀਂ ਹੈਗਾ, ਠੀਕ ਆ। ਫੋਕਸ ਕੀ ਕੀਤਾ ਜਾਊਗਾ ਇਸ ਸਕੀਮ ਦੇ ਥਰੂ, ਤਾਂ ਕਿ ਜੋਬ ਜਿੰਨੀ ਤੋਂ ਜਿੰਨੀ ਜ਼ਿਆਦਾ ਹੋ ਸਕੇ ਪ੍ਰੋਵਾਈਡ ਕੀਤੀ ਜਾਵੇ, ਠੀਕ ਆ। ਜੇ ਆਪਾਂ ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ ਇਸ ਸਕੀਮ ਦੇ ਅੰਡਰ ਆਉਣ ਦੇ ਲਈ 18 ਤੋਂ 60 ਸਾਲ ਦੀ ਉਮਰ ਚਾਹੀਦੀ ਆ, ਤੇ ਉਹ ਸ਼ਹਿਰ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ, ਠੀਕ ਆ ਜੀ। ਇਹ ਸਭ ਤੋਂ ਵੱਡੀਆਂ ਇਹੀ ਦੋ ਆਪਣੇ ਕੋਲੇ ਐਲੀਜੀਬਿਲਿਟੀਜ਼ ਆ। ਕਲੀਅਰ ਆ ਜੀ। ਤੇ ਇਹ ਸੀਗਾ ਜੀ ਆਪਣੀ ਅੱਜ ਦੀ ਵੀਡੀਓ। ਇੱਦਾਂ ਡੇਲੀ ਜਾਂ ਇੱਕ ਦਿਨ ਛੱਡ ਕੇ ਮੈਂ ਵੀਡੀਓ ਲੈ ਕੇ ਆਇਆ ਕਰੂੰਗਾ, ਤਾਂ ਕਿ ਹੁਣ ਅਸੀਂ ਰੈਗੂਲਰਲੀ ਜੋ ਕਰੰਟ ਅਫੇਅਰ ਆ ਫੋਲੋ ਕਰਾਂਗੇ, ਕਿਉਂਕਿ ਇਸ ਤੋਂ ਬਾਅਦ ਕਾਫੀ ਸਾਰੇ ਐਗਜ਼ਾਮ ਜਿਹੜੇ ਆਉਣ ਵਾਲੇ ਨੇ, ਚਾਹੇ ਉਹ ਆਪਾਂ ਪੰਜਾਬ ਗੌਰਮੈਂਟ ਦੀ ਗੱਲ ਕਰੀਏ ਜਾਂ ਸੈਂਟਰਲ ਗੌਰਮੈਂਟ ਦੇ ਵੀ ਕਾਫੀ ਐਗਜ਼ਾਮ ਆਉਂਦੇ ਆ, ਜਿਵੇਂ ਆਪਾਂ ਉੱਪਰ ਮੈਂਸ਼ਨ ਕੀਤਾ ਆ। ਇਹ ਉਹਨਾਂ ਸਾਰੇ ਐਗਜ਼ਾਮ ਦੇ ਲਈ ਬੜੀ ਹੀ ਇੰਪੋਰਟੈਂਟ ਵੀਡੀਓ ਸੀਰੀਜ਼ ਰਹਿਣ ਵਾਲੀ ਹੈ ਜੀ, ਠੀਕ ਹੈ। ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜਿਵੇਂ ਪਹਿਲਾਂ ਕਿਹਾ ਸੀਗਾ, ਸਬਸਕ੍ਰਾਈਬ ਕਰੋ ਚੈਨਲ ਨੂੰ, ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਜੋ ਵੀ ਕੁਐਸਚਨ ਪੁੱਛਦਾ ਕਮੈਂਟ ਬਾਕਸ ਵਿੱਚ ਆਨਸਰ ਜ਼ਰੂਰ ਕਰੋ। ਇਹ ਰਿਹਾ ਮੇਰਾ ਕੰਟੈਕਟ ਨੰਬਰ। ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਤੁਹਾਡੀ UPSC ਨੂੰ ਲੈ ਕੇ, PPSC ਨੂੰ ਲੈ ਕੇ, PCS ਨੂੰ ਲੈ ਕੇ, ਜਾਂ ਪੰਜਾਬ ਦੇ ਜੋ ਗੌਰਮੈਂਟ ਐਗਜ਼ਾਮ ਆਉਣ ਵਾਲੇ ਨੇ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।